21ਵੀਂ ਸਦੀ ਦਾ ਕਾਰੋਬਾਰ ਰੌਬਰਟ ਟੀ ਕਿਓਸਾਕੀ ਭਾਗ ਦੂਜਾ ਅਧਿਆਇ 17 ਇੱਕ ਇਹੋ ਜਿਹਾ ਕਾਰੋਬਾਰ ਜਿਸ ਵਿੱਚ ਔਰਤਾਂ ਵਧੀਆ ਕੰਮ ਕਰਦੀਆਂ ਹਨ। ਹੁਣ ਤੱਕ ਤੁਸੀਂ ਮੇਰੀ ਪਤਨੀ ਕਿਮ ਦਾ ਜ਼ਿਕਰ ਕਈ ਵਾਰ ਪੜ੍ਹ ਚੁੱਕੇ ਹੋ। ਤੁਸੀਂ ਪੜ੍ਹ ਚੁੱਕੇ ਹੋ ਕਿ ਸਾਡੀ ਮੁਲਾਕਾਤ ਕਿਵੇਂ ਹੋਈ ਅਤੇ ਮੈਂ ਉਸ ਦਾ ਪਿੱਛਾ ਕਿਵੇਂ ਕੀਤਾ। ਤੁਸੀਂ ਸਾਡੇ ਸ਼ੁਰੂਆਤੀ ਸੰਘਰਸ਼ਾਂ, ਨਿਸ਼ਾਨਿਆਂ ਅਤੇ ਰਣਨੀਤੀਆਂ ਬਾਰੇ ਜਾਣ ਚੁੱਕੇ ਹੋ ਅਤੇ ਇਹ ਵੀ ਕਿ ਸਾਡਾ ਇੱਕ ਦੂਜੇ ਨਾਲ ਜੀਵਨ ਕਿਵੇਂ ਬਤੀਤ ਹੋਇਆ। ਪੁਸਤਕ ਦਾ ਇਹ ਭਾਗ ਸਮਾਪਤ ਕਰਨ ਤੋਂ ਪਹਿਲਾਂ ਮੈਂ ਸੋਚਿਆ ਕਿ ਇਹ ਵਧੀਆ ਸਮਾਂ ਹੈ ਜਦੋਂ ਕਿਮ ਤੁਹਾਡੇ ਨਾਲ ਸਿੱਧੀ ਗੱਲ ਕਰੇ। ਰੌਬਰਟ ਕਿਓਸਾਕੀ। ਰੌਬਰਟ ਨੇ ਤੁਹਾਨੂੰ ਨੈਟਵਰਕ ਮਾਰਕੀਟਿੰਗ ਬਾਰੇ ਕਾਫੀ ਕੁਝ ਦੱਸ ਦਿੱਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹ ਕਿੰਨੇ ਤਰੀਕਿਆਂ ਨਾਲ ਤੁਹਾਡੇ ਲਈ ਬਹੁਤ ਕੀਮਤੀ ਅਵਸਰ ਹੋ ਸਕਦਾ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ, ਇਹ ਔਰਤਾਂ ਲਈ ਵੀ ਬਹੁਤ ਹੀ ਜ਼ਬਰਦਸਤ ਕਾਰੋਬਾਰ ਹੈ। ਜਦੋਂ ਤੁਸੀਂ ਨੈਟਵਰਕ ਮਾਰਕੀਟਿੰਗ ਸਮੂਹ ਦੇ ਬੁਨਿਆਦੀ ਅੰਕੜਿਆਂ ਉੱਤੇ ਨਜ਼ਰ ਪਾਉਂਦੇ ਹੋ ਤਾਂ ਤੁਹਾਡਾ ਧਿਆਨ ਇੱਕ ਬਹੁਤ ਹੀ ਜ਼ਿਕਰਯੋਗ ਗੱਲ ਉੱਤੇ ਜ਼ਰੂਰ ਜਾਵੇਗਾ। ਇਸ ਵਿੱਚ ਮਰਦਾਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਔਰਤਾਂ ਕੰਮ ਕਰਦੀਆਂ ਹਨ। ਤੁਸੀਂ ਸਹੀ ਸੁਣਿਆ। ਡਾਇਰੈਕਟ ਸੇਲਿੰਗ ਐਸੋਸੀਏਸ਼ਨ ਅਨੁਸਾਰ ਅਮਰੀਕਾ ਵਿੱਚ 15 ਮਿਲੀਅਨ ਲੋਕ ਨੈਟਵਰਕ ਮਾਰਕੀਟਿੰਗ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 88% ਔਰਤਾਂ ਹਨ। ਪੂਰੀ ਦੁਨੀਆ ਵਿੱਚ 62 ਮਿਲੀਅਨ ਲੋਕ ਇਹ ਕੰਮ ਕਰ ਰਹੇ ਹਨ, ਲੇਕਿਨ ਵਿਸ਼ਵ ਵਿਆਪੀ ਵਪਾਰਕ ਦੇ ਲਿੰਗ ਵੰਡ ਦੇ ਅੰਕੜੇ ਉਪਲਬਧ ਨਹੀਂ ਹਨ। ਬਹਰਹਾਲ ਅਸੀਂ ਇਹ ਮੰਨ ਸਕਦੇ ਹਾਂ ਕਿ ਵਿਸ਼ਵ ਪੱਧਰ ਉੱਤੇ ਵੀ ਅਨੁਪਾਤ ਅਮਰੀਕਾ ਵਰਗਾ ਹੀ ਹੋਵੇਗਾ। ਕਿਉਂ? ਇਤਿਹਾਸਿਕ ਨਜ਼ਰੀਏ ਤੋਂ ਇੱਕ ਕਾਰਨ ਇਹ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਨੈਟਵਰਕ ਮਾਰਕੀਟਿੰਗ ਕਾਰੋਬਾਰ ਪਾਰਟ ਟਾਈਮ ਕਾਰੋਬਾਰ ਦੇ ਤੌਰ ਤੇ ਸ਼ੁਰੂ ਹੋਇਆ ਸੀ, ਕਿਉਂਕਿ ਪਰਿਵਾਰ ਵਿੱਚ ਮਰਦ ਹੀ ਬੁਨਿਆਦੀ ਪੂਰਨਕਾਲੀ ਨੌਕਰੀ ਕਰਦਾ ਸੀ। ਇਸ ਲਈ ਪਾਰਟ ਟਾਈਮ ਜਾਂ ਘਰ ਵਿੱਚ ਰੁਕ ਕੇ ਕੀਤੇ ਜਾਣ ਵਾਲਾ ਕਾਰੋਬਾਰ ਅਕਸਰ ਔਰਤਾਂ ਨੂੰ ਹੀ ਸੰਭਾਲਣਾ ਪੈਂਦਾ ਸੀ। ਇੱਕ ਹੋਰ ਤੱਥ ਉੱਤੇ ਗੌਰ ਕਰੋ, ਇਹ ਕਾਰੋਬਾਰ ਘਰੋਂ ਕੀਤਾ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਨੈਟਵਰਕ ਮਾਰਕੀਟਿੰਗ ਕਾਰੋਬਾਰ ਸਥਾਪਿਤ ਕਰਨ ਅਤੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਅਨੂਠਾ ਤਾਲਮੇਲ ਹੈ। ਲੇਕਿਨ ਮੈਂ ਸੋਚਦੀ ਹਾਂ ਕਿ ਅਸਲ ਮੁੱਦਾ ਇਨ੍ਹਾਂ ਵਿਹਾਰਿਕ ਅਤੇ ਇਤਿਹਾਸਿਕ ਹਾਲਾਤਾਂ ਤੋਂ ਪਰੇ ਹੈ। ਨੈਟਵਰਕ ਮਾਰਕੀਟਿੰਗ ਬੁਨਿਆਦੀ ਤੌਰ ਤੇ ਸਬੰਧਾਂ ਦਾ ਕਾਰੋਬਾਰ ਹੈ। ਜਿਵੇਂ ਰੌਬਰਟ ਨੇ ਸਪਸ਼ਟ ਕੀਤਾ ਹੈ, ਇਹ ਕਾਰ ਵਿਹਾਰ ਵਿਕਰੀ ਕਰਨ ਦੇ ਆਲੇ ਦੁਆਲੇ ਨਹੀਂ ਘੁੰਮਦਾ, ਇਹ ਤਾਂ ਸੰਪਰਕ ਬਣਾਉਣ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਸਬੰਧ ਜੋੜਨ, ਕੋਚਿੰਗ ਅਤੇ ਸਿਖਲਾਈ ਦੇਣ, ਸਿੱਖਿਆ ਅਤੇ ਮਾਰਗਦਰਸ਼ਨ ਦੇਣ ਬਾਰੇ ਹੈ। ਨੈਟਵਰਕ ਮਾਰਕੀਟਿੰਗ ਕਾਰੋਬਾਰ ਦਾ ਰੋਜ਼ਾਨਾ ਕੰਮ ਦਰਅਸਲ ਵਿਕਰੀ ਦੇ ਇਲਾਕੇ ਬਣਾਉਣ ਵਰਗਾ ਘੱਟ ਅਤੇ ਸਮੂਹ ਬਣਾਉਣ ਵਰਗਾ ਜ਼ਿਆਦਾ ਹੈ। ਨੈਟਵਰਕ ਮਾਰਕੀਟਿੰਗ ਵਿੱਚ ਸਪਾਂਸਰ ਅਤੇ ਨੌਸਿੱਖੀਏ ਨੈਟਵਰਕਰਜ਼ ਦੇ ਵਧਦੇ ਹੋਏ ਨੈਟਵਰਕ ਦੇ ਸਮਰਥਨ, ਸਿਖਲਾਈ ਅਤੇ ਮਾਰਗਦਰਸ਼ਨ ਦਾ ਸਬੰਧ ਬਣਾਉਂਦੇ ਹਨ। ਉਸ ਵਿੱਚ ਔਰਤਾਂ ਹੀ ਉਤਕ੍ਰਿਸ਼ਟ ਹੁੰਦੀਆਂ ਹਨ। ਜ਼ਾਹਰ ਹੈ ਇਸ ਦਾ ਇਹ ਮਤਲਬ ਨਹੀਂ ਹੈ ਕਿ ਮਰਦ ਨੈਟਵਰਕ ਮਾਰਕੀਟਿੰਗ ਵਿੱਚ ਸਫਲ ਨਹੀਂ ਹੋ ਸਕਦੇ। ਇਹੋ ਜਿਹੇ ਕਰੋੜੋਂ ਪੁਰਖ ਹਨ ਜਿਹੜੇ ਹਰ ਦਿਨ ਇਹ ਸਾਬਿਤ ਕਰ ਰਹੇ ਹਨ। ਲੇਕਿਨ ਇਸ ਕਾਰੋਬਾਰ ਦਾ ਸਾਰ ਬਸ ਇਹ ਹੈ, ਇਹ ਇੱਕ ਇਹੋ ਜਿਹਾ ਬਿਜ਼ਨਸ ਮਾਡਲ ਹੈ ਜਿਸ ਵਿੱਚ ਔਰਤਾਂ ਉਤਕ੍ਰਿਸ਼ਟ ਹੁੰਦੀਆਂ ਹਨ। ਔਰਤਾਂ ਦੀਆਂ ਜ਼ਰੂਰਤਾਂ ਕੀ ਹਨ ਅਤੇ ਇਹ ਇੱਕ ਚੰਗੀ ਗੱਲ ਵੀ ਹੈ, ਕਿਉਂਕਿ ਅੱਜ ਦੀਆਂ ਔਰਤਾਂ ਨੂੰ ਵਾਕਈ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਲਈ ਦੌਲਤ ਜਾਂ ਸੰਪਤੀ ਕਿਵੇਂ ਬਣਾਉਣ। ਇੱਕ ਮੁਟਿਆਰ ਪੱਤਰਕਾਰ ਕੁਝ ਸਾਲ ਪਹਿਲੇ ਮੇਰੇ ਕੋਲ ਆਈ ਸੀ ਅਤੇ ਉਸਨੇ ਬੜੇ ਜੋਸ਼ ਨਾਲ ਕਿਹਾ ਸੀ, ਸਾਨੂੰ ਔਰਤਾਂ ਨੂੰ ਜਾਗਰੂਕ ਬਣਾਉਣਾ ਹੈ ਕਿ ਉਹ ਆਪਣੇ ਪੈਸਿਆਂ ਦੀ ਬਾਗਡੋਰ ਆਪ ਹੀ ਸਾਂਭਣ। ਇਸ ਕੰਮ ਲਈ ਉਹਨਾਂ ਨੂੰ ਕਿਸੇ ਦੂਜੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਗੱਲਬਾਤ ਦੌਰਾਨ ਮੈਨੂੰ ਛੇਤੀ ਹੀ ਪਤਾ ਚੱਲ ਗਿਆ ਕਿ ਉਸ ਦੇ ਜੋਸ਼ ਦਾ ਕੀ ਕਾਰਨ ਸੀ। ਉਸਨੇ ਦੱਸਿਆ ਕਿ ਉਸ ਦੀ 54 ਸਾਲਾ ਮਾਂ ਹਾਲ ਹੀ ਵਿੱਚ ਉਸ ਦੇ ਕੋਲ ਰਹਿਣ ਲਈ ਆ ਗਈ ਸੀ, ਕਿਉਂਕਿ ਉਸ ਦਾ ਤਲਾਕ ਹੋ ਗਿਆ ਸੀ ਅਤੇ ਉਹਨਾਂ ਕੋਲ ਇੱਕ ਫੁੱਟੀ ਕੌਡੀ ਤੱਕ ਵੀ ਨਹੀਂ ਸੀ। ਹੁਣ ਉਹ ਪੱਤਰਕਾਰ ਆਪਣੀ ਅਤੇ ਆਪਣੀ ਮਾਂ ਦੀ ਵੀ ਸੰਭਾਲ ਕਰ ਰਹੀ ਸੀ। ਇਹ ਆਪਣੇ ਆਪ ਵਿੱਚ ਜਾਗਣ ਲਈ ਕਾਫੀ ਹੈ। ਲੇਕਿਨ ਜਿਸ ਗੱਲ ਨੇ ਉਸ ਨੂੰ ਸੱਚਮੁੱਚ ਹਿਲਾ ਕੇ ਰੱਖ ਦਿੱਤਾ ਉਹ ਇਹ ਸੀ ਕਿ ਇਸ ਤੋਂ ਬਾਅਦ ਉਸਨੇ ਆਪਣੀ ਆਰਥਿਕ ਸਥਿਤੀ ਨੂੰ ਗੌਰ ਨਾਲ ਦੇਖਿਆ। ਉਸਨੇ ਪੜਚੋਲ ਕੀਤੀ ਕਿ ਉਸ ਕੋਲ ਉਹਨਾਂ ਦੋਨਾਂ ਨੂੰ ਸਹਾਰਾ ਦੇਣ ਲਈ ਕਿੰਨੇ ਕੁ ਵਸੀਲੇ ਹਨ। ਤਦੋਂ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਜੇਕਰ ਕਿਸੇ ਕਾਰਨ ਨਾਲ ਉਸ ਦੀ ਨੇਮਬੱਧ ਤਨਖਾਹ ਅਚਨਚੇਤ ਮਿਲਣੀ ਬੰਦ ਹੋ ਜਾਏ ਤਾਂ ਉਸ ਦੇ ਕੋਲ ਬਚਤ ਵਿੱਚ ਕੇਵਲ $7,000 ਹਨ। 2 ਲੋਕਾਂ ਦੇ ਘਰਾਂ ਵਿੱਚ $7,000 ਤੋਂ ਜ਼ਿਆਦਾ ਸਮਾਂ ਕੰਮ ਨਹੀਂ ਚੱਲੇਗਾ। ਉਹ ਅਤੇ ਉਸ ਦੀ ਮਾਂ ਦੋਵੇਂ ਹੀ ਗਰੀਬ ਅਤੇ ਇੱਥੋਂ ਤੱਕ ਕਿ ਬੇਘਰ ਹੋਣ ਤੋਂ ਕੁਝ ਹੀ ਤਨਖਾਹਾਂ ਦੂਰ ਸਨ। ਕੋਈ ਹੈਰਾਨੀ ਨਹੀਂ ਕਿ ਉਹ ਇਸ ਮੁੱਦੇ ਉੱਤੇ ਇੰਨੇ ਜੋਸ਼ ਵਿੱਚ ਸੀ ਕਿ ਔਰਤਾਂ ਨੂੰ ਆਪਣੀ ਆਰਥਿਕ ਸਥਿਤੀ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਲੈ ਲੈਣੀ ਚਾਹੀਦੀ ਹੈ। ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਂ ਉਸ ਮੁਟਿਆਰ ਵਰਗੀ ਸਥਿਤੀ ਵਿੱਚ ਨਹੀਂ ਹਾਂ। ਭਾਵੇਂ ਅਰਥ ਵਿਵਸਥਾ ਕਿਹੋ ਜਿਹੀ ਵੀ ਰਹੇ, ਰੌਬਰਟ ਅਤੇ ਮੈਂ ਸਾਰੀ ਜ਼ਿੰਦਗੀ ਲਈ ਆਰਥਿਕ ਤੌਰ ਉੱਤੇ ਸੁਤੰਤਰ
ਸੁਤੰਤਰ ਹੋ ਚੁੱਕੇ ਹਾਂ। ਹਾਲਾਂਕਿ ਮੇਰੇ ਸਿਰ ਉੱਤੇ ਤਲਵਾਰ ਨਹੀਂ ਲਟਕ ਰਹੀ ਹੈ, ਲੇਕਿਨ ਇਸ ਮੁੱਦੇ ਤੇ ਮੈਂ ਵੀ ਉਸ ਮੁਟਿਆਰ ਜਿੰਨੀ ਹੀ ਜੋਸ਼ੀਲੀ ਹਾਂ ਕਿ ਔਰਤਾਂ ਨੂੰ ਆਪਣੀ ਖੁਦ ਦੀ ਆਰਥਿਕ ਸੁਤੰਤਰਤਾ ਹਾਸਲ ਕਰਨੀ ਚਾਹੀਦੀ ਹੈ। ਨੈਟਵਰਕ ਮਾਰਕੀਟਿੰਗ ਦੀ ਕਿਵੇਂ ਕਰੀਏ ਵਾਲੇ ਨਿਯਮ ਕਾਇਦੇ ਔਰਤਾਂ ਲਈ ਮਰਦਾਂ ਤੋਂ ਭਿੰਨ ਨਹੀਂ ਹਨ। ਬਹਿਰਹਾਲ ਔਰਤਾਂ ਆਪਣੇ ਨੈਟਵਰਕ ਮਾਰਕੀਟਿੰਗ ਕਾਰੋਬਾਰ ਕਿਉਂ ਬਣਾਉਂਦੀਆਂ ਹਨ? ਇਸ ਦੇ ਪ੍ਰਮੁੱਖ ਕਾਰਨ ਮਰਦਾਂ ਨਾਲੋਂ ਆਮ ਕਰਕੇ ਬਹੁਤ ਵੱਖਰੇ ਹੁੰਦੇ ਹਨ। ਅਸੀਂ ਜਾਣਦੀਆਂ ਹਾਂ ਕਿ ਸਾਡਾ ਜੀਵਨ ਆਪਣੀ ਮਾਂ ਦੇ ਜੀਵਨ ਨਾਲ ਬਹੁਤ ਵੱਖਰੇ ਢੰਗ ਨਾਲ ਚੱਲਦਾ ਹੈ, ਲੇਕਿਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਿੰਨਾ ਵੱਖਰਾ। ਇੱਥੇ 6 ਕਾਰਨ ਦਿੱਤੇ ਜਾ ਰਹੇ ਹਨ ਕਿ ਔਰਤਾਂ ਨੂੰ ਦੌਲਤ ਬਣਾਉਣ ਦੇ ਖੇਡ ਵਿੱਚ ਉਤਾਰਨ ਦੀ ਲੋੜ ਕਿਉਂ ਹੈ। ਨੰਬਰ 1, ਅੰਕੜੇ। ਔਰਤਾਂ ਅਤੇ ਧਨ ਸੰਬੰਧੀ ਅੰਕੜੇ ਹੈਰਾਨ ਕਰਨ ਵਾਲੇ ਹਨ। ਹੇਠਾਂ ਅਮਰੀਕਾ ਦੇ ਅੰਕੜੇ ਦਿੱਤੇ ਜਾ ਰਹੇ ਹਨ, ਲੇਕਿਨ ਸੰਸਾਰ ਦੇ ਬਾਕੀ ਦੇਸ਼ਾਂ ਦੇ ਅੰਕੜੇ ਵੀ ਇਸੇ ਨਾਲ ਮਿਲਦੇ ਜੁਲਦੇ ਹੋਣਗੇ ਜਾਂ ਉਸੇ ਦਿਸ਼ਾ ਵੱਲ ਵੱਧ ਰਹੇ ਹੋਣਗੇ। ਅਮਰੀਕਾ ਵਿੱਚ 50 ਸਾਲ ਤੋਂ ਜ਼ਿਆਦਾ ਉਮਰ ਦੀਆਂ 47% ਔਰਤਾਂ ਇਕੱਲੀਆਂ ਰਹਿੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਉਹਨਾਂ ਨੂੰ ਆਪਣੀ ਆਰਥਿਕ ਜ਼ਿੰਮੇਵਾਰੀ ਆਪ ਸੰਭਾਲਣੀ ਪੈਂਦੀ ਹੈ। ਰਿਟਾਇਰਮੈਂਟ ਤੋਂ ਬਾਅਦ ਔਰਤਾਂ ਦੀ ਆਮਦਨ ਮਰਦਾਂ ਨਾਲੋਂ ਘੱਟ ਹੁੰਦੀ ਹੈ, ਕਿਉਂਕਿ ਘਰ ਦੀ ਸਾਰੀ ਜ਼ਿੰਮੇਵਾਰੀ ਔਰਤਾਂ ਦੇ ਹੋਣ ਦੇ ਕਾਰਨ ਉਹ ਔਸਤਨ 14.7 ਸਾਲ ਨੌਕਰੀ ਨਹੀਂ ਕਰਦੀਆਂ, ਜਦੋਂ ਕਿ ਮਰਦਾਂ ਦੇ ਮਾਮਲੇ ਵਿੱਚ ਇਹ ਔਸਤ 1.6 ਸਾਲ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਤਨਖਾਹ ਵੀ ਘੱਟ ਮਿਲਦੀ ਹੈ ਅਤੇ ਤੁਹਾਨੂੰ ਮਰਦਾਂ ਦੇ ਮੁਕਾਬਲੇ ਰਿਟਾਇਰਮੈਂਟ ਦੇ ਸਿਰਫ ਚੌਥੇ ਹਿੱਸੇ ਦਾ ਲਾਭ ਮਿਲਦੇ ਹਨ। ਨੈਸ਼ਨਲ ਸੈਂਟਰ ਫਾਰ ਵਿਮਨ ਐਂਡ ਰਿਟਾਇਰਮੈਂਟ ਰਿਸਰਚ NCWRR ਦੀ ਰਿਪੋਰਟ। ਐਨਲਿਟਰੇਸੀ 12 ਜੂਨ 2000। ਮਰਦਾਂ ਦੇ ਮੁਕਾਬਲੇ ਔਰਤਾਂ ਔਸਤਨ 7 ਤੋਂ 10 ਸਾਲ ਜ਼ਿਆਦਾ ਜਿਉਂਦੀਆਂ ਹਨ, ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਉਹਨਾਂ ਵਾਧੂ ਸਾਲਾਂ ਦੀ ਵਿਵਸਥਾ ਕਰ ਲੈਣੀ ਚਾਹੀਦੀ ਹੈ। ਬਹਿਰਹਾਲ ਜਿਹੜੀਆਂ ਵਿਆਹੁਤਾ ਔਰਤਾਂ ਬੇਬੀ ਬੂਮਰਸ ਹਨ, ਉਹ ਔਸਤਨ ਆਪਣੇ ਪਤੀਆਂ ਤੋਂ 15-20 ਸਾਲ ਜ਼ਿਆਦਾ ਵੀ ਜੀ ਸਕਦੀਆਂ ਹਨ। ਮਾਰਨਿੰਗ ਸਟਾਰ ਫੰਡ ਇਨਵੈਸਟਰ ਦੀ ਰਿਪੋਰਟ। ਜਿਹੜੇ ਬਜ਼ੁਰਗ ਲੋਕ ਗਰੀਬੀ ਵਿੱਚ ਰਹਿ ਰਹੇ ਹਨ, ਉਹਨਾਂ ਵਿੱਚੋਂ 75% ਔਰਤਾਂ ਹਨ। 10 ਵਿੱਚੋਂ 7 ਔਰਤਾਂ ਕਿਸੇ ਨਾ ਕਿਸੇ ਸਮੇਂ ਗਰੀਬੀ ਵਿੱਚ ਜਿਉਣਗੀਆਂ। ਇਹਨਾਂ ਅੰਕੜਿਆਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਬਹੁ ਗਿਣਤੀ ਔਰਤਾਂ ਵਿੱਤੀ ਤੌਰ ਤੇ ਸਿੱਖਿਅਤ ਨਹੀਂ ਹਨ ਜਾਂ ਉਹ ਆਪਣੀ ਦੇਖਭਾਲ ਕਰਨ ਲਈ ਤਿਆਰ ਨਹੀਂ ਹਨ। ਖਾਸ ਤੌਰ ਤੇ ਬੁੱਢੀ ਹੋਣ ਤੋਂ ਬਾਅਦ ਅਸੀਂ ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਆਪਣਾ ਸਾਰਾ ਜੀਵਨ ਲਾ ਦਿੱਤਾ, ਲੇਕਿਨ ਇਸ ਮਹੱਤਵਪੂਰਨ ਮਾਮਲੇ ਵਿੱਚ ਸਾਡੇ ਅੰਦਰ ਆਪਣੇ ਆਪ ਦੀ ਦੇਖਭਾਲ ਕਰਨ ਦੀ ਕੋਈ ਕਾਬਲੀਅਤ ਨਹੀਂ ਹੁੰਦੀ। ਨੰਬਰ 2, ਨਿਰਭਰਤਾ ਤੋਂ ਬਚਣਾ। ਤੁਸੀਂ ਵਿਆਹ ਕਰਨ ਵੇਲੇ ਤਲਾਕ ਦੀ ਆਸ ਨਹੀਂ ਕੀਤੀ। ਹੁਣ ਨਵੀਂ ਨੌਕਰੀ ਸ਼ੁਰੂ ਕਰਨ ਵੇਲੇ ਸ਼ਾਂਤੀ ਦੀ ਆਸ ਨਹੀਂ ਕੀਤੀ ਜਾਂਦੀ, ਲੇਕਿਨ ਇਹ ਹੁੰਦਾ ਹੈ ਅਤੇ ਅੱਜਕੱਲ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ। ਭੈਣੋ, ਜੇਕਰ ਤੁਸੀਂ ਆਪਣੇ ਵਿੱਤੀ ਭਵਿੱਖ ਲਈ ਆਪਣੇ ਪਤੀ, ਬੌਸ ਜਾਂ ਕਿਸੇ ਦੂਜੇ ਤੇ ਨਿਰਭਰ ਹੋ ਤਾਂ ਦੁਬਾਰਾ ਸੋਚ ਲਓ। ਹੋ ਸਕਦਾ ਹੈ ਕਿ ਲੋੜ ਵੇਲੇ ਉਹ ਉੱਥੇ ਨਾ ਹੋਣ। ਅਕਸਰ ਸਾਨੂੰ ਤਦੋਂ ਤੱਕ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ ਕਿ ਅਸੀਂ ਕਿਸੇ ਤੇ ਕਿੰਨੀਆਂ ਨਿਰਭਰ ਹਾਂ, ਜਦੋਂ ਤੱਕ ਸਾਨੂੰ ਜਗਾਉਣ ਵਾਲੀ ਘੰਟੀ ਵੱਜ ਨਹੀਂ ਜਾਂਦੀ। ਨੰਬਰ 3, ਕੱਚ ਦੀ ਕੋਈ ਛੱਤ ਨਹੀਂ। 2009 ਤੋਂ ਬਾਅਦ ਦੁਨੀਆ ਵਿੱਚ ਕੰਪਨੀ ਤੇ ਕਰਮਚਾਰੀਆਂ ਸਾਹਮਣੇ ਬੜੀਆਂ ਚੁਣੌਤੀਆਂ ਹਨ, ਪਰ ਉਹਨਾਂ ਦੇ ਨਾਲ-ਨਾਲ ਔਰਤਾਂ ਨੂੰ ਇੱਕ ਵਾਧੂ ਬਹੁਤ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। ਬਦਨਾਮ ਕੱਚ ਦੀ ਛੱਤ। ਹਾਂ, ਇਹ ਅੱਜ ਵੀ ਸੱਚ ਹੈ। ਲਿੰਗ ਭੇਦ ਦੇ ਚੱਲਦੇ ਔਰਤਾਂ ਕਿਸੇ ਕੰਪਨੀ ਦੀ ਪੌੜੀ ਉਤੇ ਇੱਕ ਸੀਮਾ ਤੋਂ ਅੱਗੇ ਨਹੀਂ ਪਹੁੰਚਦੀਆਂ ਅਤੇ 50 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੀ ਕੰਪਨੀ ਵਿੱਚ ਦੁਬਾਰਾ ਰੁਜ਼ਗਾਰ ਪਾਉਣ ਦੀ ਕੋਸ਼ਿਸ਼ ਸ਼ਾਇਦ ਤੁਸੀਂ ਉਸ ਬਾਰੇ ਜਾਣਨਾ ਵੀ ਨਹੀਂ ਚਾਹੋਗੇ। ਨੈਟਵਰਕ ਮਾਰਕੀਟਿੰਗ ਦੇ ਸੰਸਾਰ ਵਿੱਚ ਔਰਤਾਂ ਲਈ ਕੱਚ ਦੀ ਛੱਤ ਦਾ ਵਿਚਾਰ ਹੀ ਬਕਵਾਸ ਹੈ। ਤੁਹਾਡੀ ਨੈਟਵਰਕ ਮਾਰਕੀਟਿੰਗ ਕੰਪਨੀ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਤੁਸੀਂ ਔਰਤ ਹੋ ਜਾਂ ਮਰਦ, ਕਾਲੇ ਹੋ ਜਾਂ ਗੋਰੇ, ਕਾਲਜ ਗ੍ਰੈਜੂਏਟ ਹੋ ਜਾਂ ਹਾਈ ਸਕੂਲ ਡ੍ਰੌਪ ਆਊਟ। ਇਸ ਨੂੰ ਤਾਂ ਸਿਰਫ ਇਸ ਗੱਲ ਦੀ ਪਰਵਾਹ ਹੈ ਕਿ ਤੁਸੀਂ ਕਿੰਨੀ ਮਿਹਨਤ, ਸਫਲਤਾ ਅਤੇ ਪ੍ਰਭਾਵੀ ਤਰੀਕੇ ਨਾਲ ਆਪਣਾ ਨੈਟਵਰਕ ਬਣਾਉਂਦੇ ਹੋ। ਅਤੇ ਜਿਵੇਂ ਮੈਂ ਦੱਸਿਆ ਸੀ ਕਿ ਇਹ ਕੰਮ ਮਰਦਾਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਔਰਤਾਂ ਦਰੁਸਤੀ ਨਾਲ ਕਰ ਰਹੀਆਂ ਹਨ। ਕੁੰਜੀ ਹੈ ਤੁਹਾਡੀ ਯੋਗਤਾ, ਸਿੱਖਿਆ ਤੇ ਅਨੁਭਵ। ਨੈਟਵਰਕ ਮਾਰਕੀਟਿੰਗ ਦੀ ਦੁਨੀਆ ਵਿੱਚ ਔਰਤਾਂ ਲਈ ਕੋਈ ਸੀਮਾ ਜਾਂ ਛੱਤ ਨਹੀਂ ਹੈ, ਭਾਵੇਂ ਉਹ ਕੱਚ ਦੀ ਹੋਵੇ ਜਾਂ ਕਿਸੇ ਦੂਜੀ ਤਰ੍ਹਾਂ ਦੀ। ਨੰਬਰ 4, ਅਮਾਨਤੀ ਉੱਤੇ ਕੋਈ ਸੀਮਾ ਨਹੀਂ। ਕੱਚ ਦੀ ਛੱਤ ਤੋਂ ਇਲਾਵਾ ਔਰਤਾਂ ਨੂੰ ਮਰਦਾਂ ਤੋਂ ਘੱਟ ਤਨਖਾਹ ਵੀ ਮਿਲਦੀ ਹੈ, ਜਿਸ ਕਾਰਨ ਔਰਤ ਦੀ ਆਮਦਨ ਅਕਸਰ ਸੀਮਤ ਹੁੰਦੀ ਹੈ। ਅਧਿਐਨਾਂ ਨਾਲ ਪਤਾ ਚੱਲਦਾ ਹੈ ਕਿ ਆਪਣੇ ਮਰਦ ਸਹਿਕਰਮੀ ਜਿੰਨੀ ਹੀ ਸਿੱਖਿਆ ਤੇ ਅਨੁਭਵ ਵਾਲੀ ਔਰਤ ਉਹਨਾਂ ਦੀ ਤੁਲਨਾ ਵਿੱਚ 26% ਘੱਟ ਕਮਾਉਂਦੀਆਂ ਹਨ। ਲੇਕਿਨ ਨੈਟਵਰਕ ਮਾਰਕੀਟਿੰਗ ਕਾਰੋਬਾਰ ਪੂਰੀ ਤਰ੍ਹਾਂ ਬਹੁ ਪੱਧਰੀ ਹੈ। ਤੁਸੀਂ ਭਾਵੇਂ ਔਰਤ ਹੋ ਜਾਂ ਮਰਦ, ਨੈਟਵਰਕ ਮਾਰਕੀਟਿੰਗ ਵਿੱਚ ਆਪਣਾ ਨੈਟਵਰਕ ਬਣਾ ਕੇ ਤੁਸੀਂ ਮਨਚਾਹੀ ਕਮਾਈ
ਕਰ ਸਕਦੇ ਹੋ। ਇੱਥੇ ਤੁਹਾਡੀ ਆਮਦਨ ਦੀ ਕੋਈ ਸੀਮਾ ਨਹੀਂ ਹੈ। ਨੰਬਰ 5, ਆਤਮ ਸਨਮਾਨ ਵਿੱਚ ਵਾਧਾ। ਵਿਅਕਤੀਗਤ ਤੌਰ ਤੇ ਮੈਂ ਇਸ ਨੂੰ ਨੈਟਵਰਕ ਮਾਰਕੀਟਿੰਗ ਕਾਰੋਬਾਰ ਵਿੱਚ ਸਭ ਤੋਂ ਵੱਡੇ ਲਾਭ ਅਤੇ ਇਨਾਮਾਂ ਵਿੱਚੋਂ ਇੱਕ ਮੰਨਦੀ ਹਾਂ ਅਤੇ ਇਹ ਉਹ ਬਹੁਤ ਵੱਡਾ ਕਾਰਨ ਹੈ ਜਿਸ ਦੇ ਕਾਰਨ ਔਰਤਾਂ ਇਸ ਕਾਰੋਬਾਰ ਵਿੱਚ ਸ਼ਾਮਲ ਹੁੰਦੀਆਂ ਹਨ। ਇਹ ਅਸਾਧਾਰਨ ਨਹੀਂ ਹੈ ਕਿ ਕਿਸੇ ਔਰਤ ਦਾ ਆਤਮ ਸਨਮਾਨ ਉਸ ਦੀ ਆਪਣੀ ਰੋਜੀ ਰੋਟੀ ਕਮਾਉਣ ਦੀ ਕਾਬਲੀਅਤ ਨਾਲ ਜੁੜਿਆ ਹੋਵੇ। ਜਦੋਂ ਤੁਸੀਂ ਆਪਣੇ ਵਿੱਤੀ ਜੀਵਨ ਲਈ ਕਿਸੇ ਤੇ ਨਿਰਭਰ ਹੋਵੋ ਤਾਂ ਇਸ ਨਾਲ ਤੁਹਾਡੇ ਆਤਮ ਸਨਮਾਨ ਦੇ ਅਹਿਸਾਸ ਵਿੱਚ ਕਸਰ ਆ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਮਜਬੂਰੀ ਨਾਲ ਇੰਜ ਦੀਆਂ ਚੀਜ਼ਾਂ ਕਰਨੀਆਂ ਪੈਣ ਜਿਹੜੀ ਤੁਸੀਂ ਆਰਥਿਕ ਤੌਰ ਤੇ ਨਿਰਭਰ ਨਾ ਹੋਣ ਉੱਤੇ ਨਹੀਂ ਕਰਦੇ। ਮੈਂ ਦੇਖਿਆ ਹੈ ਕਿ ਜਦੋਂ ਔਰਤਾਂ ਨੂੰ ਇਹ ਪਤਾ ਚੱਲਦਾ ਹੈ ਕਿ ਉਹ ਆਪਣੇ ਜ਼ੋਰ ਤੇ ਆਰਥਿਕ ਸਫਲਤਾ ਪਾ ਸਕਦੀਆਂ ਹਨ ਤਾਂ ਉਹਨਾਂ ਦਾ ਆਤਮ ਸਨਮਾਨ ਆਪਣੇ ਆਪ ਹੀ ਵੱਧ ਜਾਂਦਾ ਹੈ ਅਤੇ ਜਦੋਂ ਕਿਸੇ ਔਰਤ ਦਾ ਆਤਮ ਸਨਮਾਨ ਵੱਧਦਾ ਹੈ ਤਾਂ ਉਸ ਦੇ ਨੇੜੇ ਤੇੜੇ ਦੇ ਸਬੰਧ ਹੋਰ ਬਿਹਤਰ ਹੋਣ ਲੱਗਦੇ ਹਨ। ਜ਼ਿਆਦਾ ਉੱਚੇ ਆਤਮ ਸਨਮਾਨ ਨਾਲ ਜ਼ਿਆਦਾ ਵੱਡੀ ਸਫਲਤਾ ਵੀ ਮਿਲਦੀ ਹੈ ਜਿਸ ਨਾਲ ਆਖਰ ਵਿੱਚ ਸਭ ਤੋਂ ਵੱਡਾ ਤੋਹਫਾ ਮਿਲਦਾ ਹੈ, ਸੁਤੰਤਰਤਾ। ਨੰਬਰ 6, ਆਪਣੇ ਸਮੇਂ ਦਾ ਨਿਯੰਤਰਣ। ਜਦੋਂ ਸੱਚੀ ਦੌਲਤ ਬਣਾਉਣ ਲਈ ਊਰਜਾ ਸਮਰਪਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਸਮੇਂ ਦੀ ਘਾਟ ਮਰਦਾਂ ਦੇ ਮੁਕਾਬਲੇ ਔਰਤਾਂ ਲਈ ਜ਼ਿਆਦਾ ਪ੍ਰਮੁੱਖ ਰੁਕਾਵਟ ਹੁੰਦੀ ਹੈ। ਇਹ ਉਹਨਾਂ ਔਰਤਾਂ ਦੇ ਸੰਦਰਭ ਵਿੱਚ ਜ਼ਿਆਦਾ ਸੱਚ ਹੈ ਜਿਨ੍ਹਾਂ ਨੂੰ ਬੱਚਿਆਂ ਦੀ ਦੇਖਭਾਲ ਵਿੱਚ ਕਈ ਘੰਟੇ ਬਤੀਤ ਕਰਨੇ ਪੈਂਦੇ ਹਨ। ਮੈਂ ਕਈ ਔਰਤਾਂ ਦੇ ਮੂੰਹੋਂ ਸੁਣਿਆ ਹੈ, ਜਦੋਂ ਮੈਂ ਕੰਮ ਤੋਂ ਘਰ ਵਾਪਸ ਆਉਂਦੀ ਹਾਂ ਤਾਂ ਮੈਨੂੰ ਰੋਟੀ ਬਣਾਉਣੀ ਪੈਂਦੀ ਹੈ, ਬੱਚਿਆਂ ਦੇ ਹੋਮਵਰਕ ਵਿੱਚ ਮਦਦ ਕਰਨੀ ਹੁੰਦੀ ਹੈ ਅਤੇ ਬਰਤਨ ਸਾਫ਼ ਕਰਨੇ ਪੈਂਦੇ ਹਨ। ਜਦੋਂ ਤੱਕ ਹਰ ਕੋਈ ਬਿਸਤਰੇ ਤੇ ਪੁੱਜਦਾ ਹੈ ਅਤੇ ਮੇਰੇ ਕੋਲ ਆਪਣੇ ਲਈ ਖਾਲੀ ਸਮਾਂ ਹੁੰਦਾ ਹੈ ਤਦੋਂ ਤੱਕ ਮੈਂ ਬੁਰੀ ਤਰ੍ਹਾਂ ਥੱਕ ਚੁੱਕੀ ਹੁੰਦੀ ਹਾਂ। ਨੈਟਵਰਕ ਮਾਰਕੀਟਰ ਦੇ ਤੌਰ ਤੇ ਤੁਹਾਡਾ ਆਪਣੇ ਸਮੇਂ ਤੇ ਪੂਰਾ ਨਿਯੰਤਰਣ ਹੁੰਦਾ ਹੈ। ਇਹ ਇੱਕ ਇਹੋ ਜਿਹਾ ਕਾਰੋਬਾਰ ਹੈ ਜਿਸ ਨੂੰ ਤੁਸੀਂ ਪਾਰਟ ਟਾਈਮ ਵੀ ਕਰ ਸਕਦੇ ਹੋ ਅਤੇ ਫੁੱਲ ਟਾਈਮ ਵੀ। ਇਹ ਇੱਕ ਇਹੋ ਜਿਹਾ ਕਾਰੋਬਾਰ ਹੈ ਜਿਸ ਨੂੰ ਤੁਸੀਂ ਆਪਣੇ ਘਰ ਤੋਂ, ਫੋਨ ਅਤੇ ਕੰਪਿਊਟਰ ਤੇ, ਸ਼ਾਮ ਨੂੰ, ਵੀਕਐਂਡ ਸਮੇਂ, ਕਿਸੇ ਵੀ ਸਮੇਂ ਤੇ ਕਿਤੇ ਵੀ ਕਰ ਸਕਦੇ ਹੋ। ਇਹ ਇੱਕ ਇਹੋ ਜਿਹਾ ਕਾਰੋਬਾਰ ਹੈ ਜਿਹੜਾ ਤੁਹਾਡੇ ਨਾਲ ਯਾਤਰਾ ਕਰ ਸਕਦਾ ਹੈ, ਜਿਸ ਨੂੰ ਤੁਸੀਂ ਆਪਣੀ ਜੇਬ ਵਿੱਚ ਰੱਖ ਸਕਦੇ ਹੋ ਅਤੇ ਜਿਸ ਨੂੰ ਤੁਸੀਂ ਅੱਧੇ ਘੰਟੇ ਦੇ ਟੁਕੜਿਆਂ ਵਿੱਚ ਵੀ ਕਰ ਸਕਦੇ ਹੋ, ਬਸ਼ਰਤੇ ਤੁਹਾਡੀ ਰੋਜ਼ਾਨਾ ਦਾ ਨੇਮ ਅਤੇ ਹਾਲਾਤ ਇਸ ਗੱਲ ਦੀ ਇਜਾਜ਼ਤ ਦੇਣ। ਦੌਲਤ ਬਣਾਉਣਾ ਇੱਕ ਲੋੜ ਹੈ। ਇਹ 6 ਕਾਰਨ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਔਰਤਾਂ ਨੂੰ ਆਪਣੇ ਆਪ ਲਈ ਦੌਲਤ ਬਣਾਉਣੀ ਸਿੱਖਣ ਦੀ ਬਹੁਤ ਜ਼ਿਆਦਾ ਲੋੜ ਕਿਉਂ ਹੈ। ਅੰਕੜੇ ਦੱਸਦੇ ਹਨ ਕਿ ਔਰਤਾਂ ਲਈ ਸਮਾਂ ਕਿੰਨਾ ਬਦਲ ਚੁੱਕਿਆ ਹੈ ਅਤੇ ਅਸਲੀ ਦੁਨੀਆ ਦੀ ਵਿੱਤੀ ਸਿੱਖਿਆ ਹੁਣ ਵਿਲਾਸਤਾ ਨਹੀਂ ਰਹਿ ਗਈ ਹੈ। ਇਹ ਤਾਂ ਇੱਕ ਜ਼ਰੂਰਤ ਬਣ ਚੁੱਕੀ ਹੈ। ਆਪਣੇ ਆਰਥਿਕ ਭਵਿੱਖ ਲਈ ਕਿਸੇ ਦੂਜੇ ਤੇ ਨਿਰਭਰ ਰਹਿਣਾ ਪਾਸੇ ਸੁੱਟਣਾ ਵਾਂਗ ਹੈ। ਆਖਰਕਾਰ ਇਨਾਮ ਮਿਲ ਸਕਦੇ ਹਨ ਲੇਕਿਨ ਖਤਰੇ ਵੀ ਬਹੁਤ ਜ਼ਿਆਦਾ ਰਹਿੰਦੇ ਹਨ। ਕੱਚ ਦੀ ਛੱਤ ਅਤੇ ਆਮਦਨ ਦੀ ਸੀਮਾਵਾਂ ਇਹੋ ਜਿਹੇ ਮੁੱਦੇ ਹਨ ਜਿਨ੍ਹਾਂ ਨਾਲ ਔਰਤਾਂ ਜੁਗੋ-ਜੁਗਾਂ ਤੋਂ ਜੂਝਦੀਆਂ ਆ ਰਹੀਆਂ ਹਨ। ਨੈਟਵਰਕ ਮਾਰਕੀਟਿੰਗ ਦੀ ਦੁਨੀਆ ਵਿੱਚ ਇਹ ਦੋਵੇਂ ਹੀ ਗਾਇਬ ਹੋ ਜਾਂਦੇ ਹਨ ਅਤੇ ਦੋ ਸਭ ਤੋਂ ਵੱਡੇ ਤੋਹਫੇ ਆਤਮ ਸਨਮਾਨ ਵਿੱਚ ਵਾਧਾ ਅਤੇ ਆਪਣੇ ਮਨਭਾਉਂਦੇ ਢੰਗ ਨਾਲ ਸਮਾਂ ਬਤੀਤ ਕਰਨ ਦੀ ਸੁਤੰਤਰਤਾ ਤੁਹਾਨੂੰ ਮਿਲ ਸਕਦੀ ਹੈ। ਬਹਿਰਹਾਲ, ਮੈਂ ਹੁਣੇ-ਹੁਣੇ ਜਿਨ੍ਹਾਂ ਕਾਰਨਾਂ ਦੀ ਸੂਚੀ ਦਰਸਾਈ ਹੈ ਉਹਨਾਂ ਵਿੱਚੋਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕਿਹੜਾ ਹੈ, ਇਹ ਜਾਣਨ ਦਾ ਮੇਰੇ ਕੋਲ ਕੋਈ ਉਪਾਅ ਨਹੀਂ ਹੈ। ਤੁਸੀਂ ਆਮ ਔਰਤ ਨਹੀਂ ਹੋ, ਤੁਸੀਂ ਹੋ ਅਤੇ ਆਪਣਾ ਨੈਟਵਰਕ ਮਾਰਕੀਟਿੰਗ ਬਿਜ਼ਨਸ ਬਣਾਉਣ ਦਾ ਸਭ ਤੋਂ ਪ੍ਰਬਲ ਕਾਰਨ ਉਹੀ ਹੈ ਜਿਸ ਨੂੰ ਸਿਰਫ ਤੁਸੀਂ ਤੈਅ ਕਰ ਸਕਦੇ ਹੋ। ਆਪਣੀ ਦੌਲਤ ਬਣਾਓ ਅਤੇ ਇਹ ਕਰਨ ਵੇਲੇ ਮਜ਼ੇ ਲਓ। ਤੁਹਾਡਾ ਜ਼ੋਰਦਾਰ ਕਾਰਨ ਚਾਹੇ ਜਿਹੜਾ ਵੀ ਹੋਵੇ, ਤੁਹਾਨੂੰ ਨੈਟਵਰਕ ਮਾਰਕੀਟਿੰਗ ਕਾਰੋਬਾਰ ਸ਼ੁਰੂ ਕਰਨ ਵੇਲੇ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹੋਵੇਗਾ, ਮਜ਼ੇ ਲਓ। ਹਾਂ, ਇਹ ਸੋਚਣਾ ਬਿਹਤਰੀਨ ਹੈ ਕਿ ਤੁਸੀਂ ਹਰ ਮਹੀਨੇ $100, $1000 ਜਾਂ $10,000 ਦੀ ਵਾਧੂ ਕਮਾਈ ਕਰ ਸਕਦੇ ਹੋ, ਕਿਸੇ ਤੇ ਨਿਰਭਰ ਰਹਿਣ ਤੋਂ ਬਚ ਸਕਦੇ ਹੋ ਅਤੇ ਆਪਣੇ ਸਮੇਂ ਉੱਤੇ ਤੁਹਾਡਾ ਨਿਯੰਤਰਣ ਹੋ ਸਕਦਾ ਹੈ। ਲੇਕਿਨ ਤੁਹਾਨੂੰ ਮਜ਼ੇ ਨਹੀਂ ਆ ਰਹੇ ਤਾਂ ਇਹ ਛੇਤੀ ਹੀ ਉਸੇ ਤਰ੍ਹਾਂ ਦੀ ਚੱਕੀ ਬਣ ਸਕਦੀ ਹੈ ਜਿਸ ਨੂੰ ਸਾਡੇ ਵਿੱਚੋਂ ਕਈ ਕੰਪਨੀਆਂ ਦੁਨੀਆ ਵਿੱਚ ਚਲਾਉਂਦੀਆਂ ਹਨ। ਸੌਖੀ ਭਾਸ਼ਾ ਵਿੱਚ, ਤੁਸੀਂ ਜੋ ਕਰਦੇ ਹੋ ਉਹਨਾਂ ਨੂੰ ਲੈ ਕੇ ਤੁਹਾਡੇ ਵਿੱਚ ਜੋਸ਼ ਹੋਣਾ ਚਾਹੀਦਾ ਹੈ। ਜੇਕਰ ਜੋਸ਼ ਘੱਟ ਹੈ ਤਾਂ ਇਹ ਤੁਹਾਡੇ ਬੈਂਕ ਅਕਾਊਂਟ ਵਿੱਚ ਸਾਫ਼ ਨਜ਼ਰ ਆਵੇਗਾ। ਇਸ ਲਈ ਮੈਂ ਪਾਰਟੀ ਪਲਾਨ ਕਾਰੋਬਾਰ ਨੂੰ ਆਦਰਸ਼ ਮੰਨਦੀ ਹਾਂ। ਇਹ ਇਹੋ ਜਿਹਾ ਨੈਟਵਰਕ ਮਾਰਕੀਟਿੰਗ ਕਾਰੋਬਾਰ ਹੈ ਜਿਹੜਾ ਘਰ ਵਿੱਚ ਆਯੋਜਿਤ ਪਾਰਟੀਆਂ ਉੱਤੇ ਕੇਂਦਰਿਤ ਹੁੰਦਾ ਹੈ। ਇਹ ਉਹਨਾਂ ਬਹੁਤ ਸਾਰੀਆਂ ਔਰਤਾਂ ਲਈ
ਆਦਰਸ਼ ਹੈ ਜਿਹੜਾ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ। ਪਾਰਟੀ ਪਲਾਨ ਕਾਰੋਬਾਰ ਪਰਿਵਾਰ ਵਾਲਿਆਂ ਅਤੇ ਸਹੇਲੀਆਂ ਨਾਲ ਆਪਣੇ ਘਰ ਵਿੱਚ ਸਮਾਂ ਬਤੀਤ ਕਰਨ ਦਾ ਆਦਰਸ਼ ਅਵਸਰ ਹੈ, ਜਦੋਂ ਕਿ ਤੁਸੀਂ ਨਾਲੋਂ ਨਾਲ ਇਹੋ ਜਿਹਾ ਸਮਾਜਿਕ ਨੈਟਵਰਕ ਵੀ ਬਣਾ ਰਹੇ ਹੋ ਜਿਹੜਾ ਤੁਹਾਡੀ ਦੌਲਤ ਬਣਾਉਣ ਦਾ ਅਵਸਰ ਵੀ ਦੇਵੇਗਾ ਅਤੇ ਇਸ ਨੂੰ ਕਰਨ ਵਿੱਚ ਤੁਹਾਨੂੰ ਮਜ਼ਾ ਵੀ ਆਵੇਗਾ। ਪਾਰਟੀ ਪਲੈਨਿੰਗ ਸੈਕਟਰ ਬਾਰੇ ਰੋਚਕ ਤੱਥ ਇਹ ਹੈ ਕਿ ਅਸ਼ਾਂਤ ਮਾਹੌਲ ਵਿੱਚ ਵੀ ਇਸ ਦੀ ਸਫਲਤਾ ਤੇ ਆਂਚ ਨਹੀਂ ਆਉਂਦੀ। ਦਰਅਸਲ ਨੈਟਵਰਕ ਮਾਰਕੀਟਿੰਗ ਉਦਯੋਗ ਦੇ ਇੰਨਾ ਸ਼ਕਤੀਸ਼ਾਲੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਵਾਰਵਕ, ਜਾਫਰਾ ਕਾਸਮੈਟਿਕਸ, ਮੈਰੀ ਕੇ, ਟੱਪਰਵੇਅਰ, ਸੈਂਟਸੀ, ਪਾਰਟੀਲਾਈਟ, ਸਟੈਂਪਿੰਗ ਅਪ, ਜਵੈਲਸ ਬਾਈ ਪਾਰਕਲੇਨ, ਦਾ ਲੌਂਗ ਬਰਗਰ ਕੰਪਨੀ ਅਤੇ ਸਦਰਨ ਲਿਵਿੰਗ ਐਟ ਹੋਮ ਉਹਨਾਂ 64 ਡਾਇਰੈਕਟ ਸੇਲਿੰਗ ਕੰਪਨੀਆਂ ਵਿੱਚੋਂ ਕੁਝ ਹਨ ਜਿਨ੍ਹਾਂ ਦੀ ਵਾਰਸ਼ਿਕ ਗਲੋਬਲ ਵਿਕਰੀ $100 ਮਿਲੀਅਨ ਜਾਂ ਉਸ ਤੋਂ ਵੀ ਜ਼ਿਆਦਾ ਹੈ। ਸਤੰਬਰ 2009 ਦੀ ਡਾਇਰੈਕਟ ਸੇਲਿੰਗ ਨਿਊਜ਼ ਰਿਪੋਰਟ ਅਨੁਸਾਰ ਵਿਸ਼ੇਸ਼ ਖੁਰਾਕ ਪ੍ਰਦਾਨ ਕਰਨ ਵਾਲੀ ਇੱਕ ਪਾਰਟੀ ਪਲਾਨ ਕੰਪਨੀ ਟੈਸਟਫੁਲੀ ਸਿੰਪਲ ਦੀ ਵਿਕਰੀ 2008 ਵਿੱਚ 5% ਵੱਧ ਗਈ ਅਤੇ ਉਹ ਵੀ ਮੰਦੀ ਦੇ ਬਾਵਜੂਦ। ਇੱਕ ਹੋਰ ਕੰਪਨੀ ਪੈਂਪਰਡ ਸ਼ੈਫ ਜਿਸ ਨੂੰ ਅਰਬਪਤੀ ਵਾਰਨ ਬਫੇ ਨੇ 2002 ਵਿੱਚ ਖਰੀਦਿਆ ਸੀ, ਉਸ ਨੇ ਇਸੇ ਦੌਰ ਵਿੱਚ ਨਿਯੁਕਤੀ ਵਿੱਚ 5% ਦਾ ਵਾਧਾ ਦਰਜ ਕੀਤਾ। ਇੱਥੇ ਕੀ ਸੁਨੇਹਾ ਹੈ? ਪਾਰਟੀ ਪਲਾਨ ਕੰਪਨੀਆਂ ਹਰ ਉਸ ਔਰਤ ਨੂੰ ਘੱਟ ਜੋਖਮ ਅਤੇ ਉੱਚੇ ਇਨਾਮ ਦਾ ਅਵਸਰ ਪ੍ਰਦਾਨ ਕਰਦੀ ਹੈ ਜਿਹੜੀ ਆਪਣੀ ਆਰਥਿਕ ਭਵਿੱਖ ਦੀ ਬਾਗਡੋਰ ਆਪ ਸੰਭਾਲਣਾ ਚਾਹੁੰਦੀ ਹੋਵੇ। ਮੈਂ ਇਸ ਦੀ ਸਲਾਹ ਘਰ ਵਿੱਚ ਰਹਿਣ ਵਾਲੀਆਂ ਮਾਵਾਂ ਨੂੰ ਦਿੰਦੀ ਹਾਂ ਜਿਹੜੀਆਂ ਨਵੇਂ ਉਦਮੀਆਂ ਦੀ ਜਮਾਤ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਹਨ ਅਤੇ ਉਹਨਾਂ ਕੰਮਕਾਜੀ ਔਰਤਾਂ ਨੂੰ ਜਿਹੜੀਆਂ ਤਨਖਾਹ ਦੇ ਨਾਲ-ਨਾਲ ਵਾਧੂ ਆਮਦਨ ਕਰਨਾ ਚਾਹੁੰਦੀਆਂ ਹਨ ਜਾਂ ਕਾਲਜ ਵਿੱਚ ਪੜ੍ਹਨ ਵਾਲੀਆਂ ਉਹਨਾਂ ਵਿਦਿਆਰਥਣਾਂ ਜਿਹੜੀਆਂ ਥੋੜੇ ਵਾਧੂ ਪੈਸੇ ਕਮਾਉਣਾ ਚਾਹੁੰਦੀਆਂ ਹਨ। ਸੰਖੇਪ ਵਿੱਚ ਕੋਈ ਵੀ ਔਰਤ ਜਿਹੜੀ ਆਪ ਨੂੰ ਦੌਲਤ ਬਣਾਉਣ ਦਾ ਮੌਕਾ ਦੇਣਾ ਚਾਹੁੰਦੀ ਹੋਵੇ ਅਤੇ ਇਸ ਪ੍ਰਕਿਰਿਆ ਵਿੱਚ ਮਜ਼ੇ ਕਰਨਾ ਚਾਹੁੰਦੀ ਹੋਵੇ। ਇਹ ਜਾਣੋ ਕਿ ਕੀ ਮਹੱਤਵਪੂਰਨ ਹੈ। ਸਾਡੀ ਪਹਿਲੀ ਡੇਟ ਉੱਤੇ ਹੀ ਰਾਬਰਟ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਆਪਣੇ ਜੀਵਨ ਵਿੱਚ ਕੀ ਕਰਨਾ ਚਾਹੁੰਦੀ ਹਾਂ। ਮੈਂ ਉਸ ਨੂੰ ਦੱਸਿਆ ਕਿ ਕਿਸੇ ਨਾ ਕਿਸੇ ਦਿਨ ਮੈਂ ਆਪਣਾ ਵਪਾਰ ਕਰਨਾ ਚਾਹਾਂਗੀ। ਉਹ ਬੋਲੇ, ਮੈਂ ਇਸ ਕੰਮ ਵਿੱਚ ਤੁਹਾਡੀ ਮਦਦ ਕਰ ਸਕਦਾ ਹਾਂ ਅਤੇ 1 ਮਹੀਨੇ ਦੇ ਅੰਦਰ ਹੀ ਸਾਡਾ ਕਾਰੋਬਾਰ ਸ਼ੁਰੂ ਹੋ ਗਿਆ। ਲੇਕਿਨ ਫਿਰ ਉਹ ਮੇਰੇ ਤੋਂ ਜ਼ਿਆਦਾ ਵੱਡੀਆਂ ਚੀਜ਼ਾਂ ਬਾਰੇ ਗੱਲਾਂ ਵੀ ਕਰਨ ਲੱਗੇ, ਜਿਵੇਂ ਰੂਹਾਨੀਅਤ। ਉਹਨਾਂ ਨੇ ਮੈਨੂੰ ਮੇਰੇ ਜੀਵਨ ਦਾ ਉਦੇਸ਼ ਪੁੱਛਿਆ। ਉਹ 1980 ਦਾ ਦਹਾਕਾ ਸੀ ਜਦੋਂ ਲੋਕ ਬੜੇ ਕੰਮਕਾਜੀ ਸਨ ਅਤੇ ਇਸ ਗੱਲ ਉੱਤੇ ਮਾਣ ਕਰਦੇ ਸਨ। 1990 ਤੱਕ ਲੋਕ ਆਪਣੇ ਜੀਵਨ ਨੂੰ ਹੋਰ ਜ਼ਿਆਦਾ ਗੌਰ ਨਾਲ ਦੇਖਣ ਲੱਗੇ ਅਤੇ ਕੁਝ ਜ਼ਿਆਦਾ ਸਖਤ ਸਵਾਲ ਪੁੱਛਣ ਲੱਗੇ। ਲੇਕਿਨ 9/11 ਤੋਂ ਬਾਅਦ ਹੀ ਦਰਅਸਲ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ, ਉਹ 1 ਮਿੰਟ ਠਹਿਰੋ, ਮੈਂ ਕੋਹਲੂ ਦੇ ਬਲਦ ਵਾਂਗ ਗੋਲ-ਗੋਲ ਕਿਉਂ ਘੁੰਮ ਰਿਹਾ ਹਾਂ? ਮੈਂ ਆਪਣੇ ਜੀਵਨ ਨਾਲ ਕੀ ਕਰ ਰਿਹਾ ਹਾਂ? ਇਹ ਸਾਰਾ ਕੁਝ ਕਿੱਥੇ ਜਾ ਰਿਹਾ ਹੈ? ਮੈਂ ਔਰਤਾਂ ਨੂੰ ਸਾਰੇ ਸਮੇਂ ਵਿੱਚ ਇਹ ਕਹਿੰਦੇ ਸੁਣਿਆ ਹੈ ਕਿ ਉਹ ਇੰਨਾ ਜ਼ਿਆਦਾ ਵਿਅਸਤ ਹਨ ਕਿ ਪਾਰਟ ਟਾਈਮ ਘਰੇਲੂ ਕਾਰੋਬਾਰ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ। ਮੈਂ ਉਹਨਾਂ ਨੂੰ ਕਹਿੰਦੀ ਹਾਂ, ਇੱਥੇ ਤੁਹਾਡੇ ਕਾਰੋਬਾਰ ਨੂੰ ਸਫਲ ਬਣਾਉਣ ਦੀ ਕੁੰਜੀ ਹੈ ਤੁਹਾਨੂੰ ਆਪਣੇ ਜੀਵਨ ਨੂੰ ਦੇਖਣਾ ਹੋਵੇਗਾ, ਸੱਚਮੁੱਚ ਗੌਰ ਨਾਲ ਦੇਖਣਾ ਹੋਵੇਗਾ ਅਤੇ ਆਪਣੇ ਆਪ ਨੂੰ ਪੁੱਛਣਾ ਹੋਵੇਗਾ, ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਮੇਰੇ ਲਈ ਇੰਨੀ ਸਾਰਥਕ ਹੈ ਕਿ ਉਹ ਮੈਨੂੰ ਆਪਣੇ ਜੀਵਨ ਵਿੱਚ ਚਾਹੀਦੀ ਹੀ ਚਾਹੀਦੀ ਹੈ? ਕਿਹੜੀ ਚੀਜ਼ ਤੁਹਾਡੇ ਲਈ ਇੰਨੀ ਮਹੱਤਵਪੂਰਨ ਹੈ ਕਿ ਤੁਸੀਂ ਉਸ ਕਾਰੋਬਾਰ ਨੂੰ ਸਥਾਪਿਤ ਕਰਨ ਵਿੱਚ ਸਮਾਂ ਅਤੇ ਯਤਨ ਲਾਉਣ ਦਾ ਸੰਕਲਪ ਕਰੋ ਜਿਹੜਾ ਆਮਦਨ ਉਤਪੰਨ ਕਰਦਾ ਹੈ ਅਤੇ ਫਿਰ ਉਸ ਆਮਦਨ ਤੋਂ ਤੁਸੀਂ ਦੌਲਤ ਬਣਾਓ ਜਿਹੜੀ ਸਾਰੀ ਜ਼ਿੰਦਗੀ ਤੁਹਾਡੀ ਦੇਖਭਾਲ ਕਰੇ। ਕਿਉਂਕਿ ਜੇਕਰ ਤੁਸੀਂ ਇਹ ਪਤਾ ਨਹੀਂ ਲਗਾਉਂਦੇ ਹੋ ਕਿ ਉਹ ਕਿਹੜੀ ਚੀਜ਼ ਹੈ ਤਾਂ ਇਹ ਨਹੀਂ ਹੋਣ ਵਾਲਾ। ਸੁਤੰਤਰਤਾ ਦੇ ਮਾਇਨੇ ਹਰ ਇੱਕ ਲਈ ਵੱਖਰੇ ਹੁੰਦੇ ਹਨ, ਸਫਲਤਾ ਦੇ ਮਾਇਨੇ ਹਰ ਇੱਕ ਲਈ ਜੁਦਾ ਹੁੰਦੇ ਹਨ। ਇਹ ਵਿਅਕਤੀਗਤ ਮਸਲਾ ਹੈ ਅਤੇ ਇਸ ਨੂੰ ਵਿਅਕਤੀਗਤ ਹੋਣਾ ਵੀ ਚਾਹੀਦਾ ਹੈ। ਗਿਣਤੀਆਂ ਅਮੂਰਤ ਹੁੰਦੀਆਂ ਹਨ, ਜਿਵੇਂ $5000 ਹੋਣ ਜਾਂ $1 ਮਿਲੀਅਨ। ਉਹਨਾਂ ਦਾ ਦਰਅਸਲ ਤਦੋਂ ਤੱਕ ਕੋਈ ਅਰਥ ਨਹੀਂ ਹੈ ਜਦੋਂ ਤੱਕ ਕਿ ਤੁਸੀਂ ਉਹਨਾਂ ਨੂੰ ਉਹ ਅਰਥ ਨਹੀਂ ਦੇ ਦਿੰਦੇ ਜਿਹੜੇ ਉਹਨਾਂ ਦਾ ਆਪਣੇ ਜੀਵਨ ਵਿੱਚ ਹੈ। ਸਾਡੇ ਵਿਆਹ ਤੋਂ ਬਾਅਦ ਸ਼ੁਰੂਆਤੀ ਦੌਰ ਵਿੱਚ ਰਾਬਰਟ ਅਤੇ ਮੈਂ ਦੋਵੇਂ ਹੀ ਆਪਣੇ ਕਾਰੋਬਾਰ ਨੂੰ ਸਥਾਪਿਤ ਕਰਨ ਪ੍ਰਤੀ ਉਤਸ਼ਾਹੀ ਤੇ ਸਮਰਪਿਤ ਸੀ। ਸਾਨੂੰ ਇਹ ਕਤਈ ਪਸੰਦ ਨਹੀਂ ਸੀ ਕਿ ਦੂਜੇ ਲੋਕ ਸਾਨੂੰ ਦੱਸਣ
ਕੀ ਕਰਨਾ ਹੈ। ਅਸੀਂ ਆਪਣੀ ਆਰਥਿਕ ਤਕਦੀਰ ਦਾ ਨਿਯੰਤਰਣ ਆਪਣੇ ਹੱਥਾਂ ਵਿੱਚ ਕਰਨਾ ਚਾਹੁੰਦੇ ਸੀ। ਇਹ ਸਾਡੇ ਲਈ ਇੰਨਾ ਮਹੱਤਵਪੂਰਨ ਸੀ ਕਿ ਇਸ ਨੂੰ ਸਾਕਾਰ ਕਰਨ ਲਈ ਅਸੀਂ ਹਰ ਮੁਸ਼ਕਲ ਝੱਲਣ ਲਈ ਵੀ ਤਿਆਰ ਸੀ ਅਤੇ ਇਸ ਵਿੱਚ ਕਈ ਸਾਲ ਲੱਗ ਗਏ। ਦਰਅਸਲ ਤਕਰੀਬਨ 10 ਸਾਲ। ਕਈ ਵਾਰ ਆਮਦਨ ਨਹੀਂ ਹੋਣ ਦਾ ਤਣਾਅ ਭਿਅੰਕਰ ਹੁੰਦਾ ਹੈ। ਸਾਡੇ ਢੇਰ ਸਾਰੇ ਮਿੱਤਰ ਕਹਿ ਰਹੇ ਸਨ ਕਿ ਸਾਡਾ ਦਿਮਾਗ ਚੱਲ ਗਿਆ ਹੈ ਕਿ ਸਾਨੂੰ ਨੇਮਬੱਧ ਤਨਖਾਹ ਵਾਲੀ ਨਿਯਮਤ ਨੌਕਰੀ ਕਰ ਲੈਣੀ ਚਾਹੀਦੀ ਹੈ, ਲੇਕਿਨ ਇਹ ਅਸੀਂ ਹਰਗਿਜ਼ ਨਹੀਂ ਕਰਨਾ ਚਾਹੁੰਦੇ। ਆਖਰਕਾਰ ਅਸੀਂ ਨਿਰਣਾ ਲਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵਿੱਚ ਰਾਬਰਟ ਕੁਝ ਕੋਰਸ ਸਿੱਖਣ ਲੱਗੇ। ਮੈਂ ਇੱਕ ਸਹੇਲੀ ਕੋਲ ਗਈ ਜਿਹੜੀ ਕੱਪੜੇ ਦੇ ਕਾਰੋਬਾਰ ਵਿੱਚ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਮੈਨੂੰ ਆਪਣੇ ਕੱਪੜੇ ਵੇਚਣ ਦੇਵੇ। ਮੈਂ ਹੇਅਰ ਸਲੂਨਸ ਵਿੱਚ ਗਈ ਅਤੇ ਉੱਥੇ ਇੱਕ ਨਿੱਕੀ ਜਿਹੀ ਬੁਟੀਕ ਬਣਾਈ। ਇਹਨਾਂ ਕੰਮਾਂ ਵਿੱਚ ਕੋਈ ਤਨਖਾਹ ਜਾਂ ਆਮਦਨ ਦੀ ਗਰੰਟੀ ਨਹੀਂ ਸੀ, ਸਿਰਫ ਵੇਚਣ ਨਾਲ ਮਿਲਣ ਵਾਲਾ ਕਮਿਸ਼ਨ ਸੀ ਅਤੇ ਅਸਲ 'ਚ ਕਮਿਸ਼ਨ ਵਿੱਚ ਕੋਈ ਖਾਸ ਕਮਾਈ ਨਹੀਂ ਹੋਈ। ਲੇਕਿਨ ਇਹ ਕੰਮ ਕਰਕੇ ਮੈਂ ਉੱਥੇ ਪਹੁੰਚ ਗਈ। ਮੈਂ ਕੁਝ ਤੇ ਕੀਤਾ। ਮੈਂ ਇਹ ਸਿੱਖਿਆ ਕਿ ਇਹੀ ਉਦਮੀ ਬਣਨ ਦਾ ਸਾਰ ਹੈ। ਤੁਸੀਂ ਬਾਹਰ ਜਾਂਦੇ ਹੋ ਅਤੇ ਕੁਝ ਕਰਦੇ ਹੋ ਅਤੇ ਇਹ ਕਰਨ ਦਾ ਇਕੱਲਾ ਤਰੀਕਾ ਇਹ ਲਗਾਉਣਾ ਹੈ ਕਿ ਤੁਹਾਡੇ ਲਈ ਸੱਚਮੁੱਚ ਮਹੱਤਵਪੂਰਨ ਕੀ ਹੈ। ਤਦੋਂ ਹੀ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਸੱਚਮੁੱਚ ਮਹੱਤਵਪੂਰਨ ਚੀਜ਼ ਨੂੰ ਪਾਉਣ ਦਾ ਇਕਲੌਤਾ ਤਰੀਕਾ ਇਹੀ ਹੈ ਕਿ ਤੁਸੀਂ ਆਪਣੀ ਆਰਥਿਕ ਸਥਿਤੀ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਲੈ ਆਓ।